कदी दिल कीता उधर जान नूं कि नहीं? दिल तो करदा ही सन 71 ਦੇ ਵਿੱਚ ਵੀ ਗਏ ਸਾਂ ਜਦੋਂ ਸਾਡੇ ਕਬਜ਼ੇ 'ਚ ਆ ਗਿਆ ਸੀ ਉਹ ਪਿੰਡ अच्छा ਤੇ ਉੱਥੋਂ ਅਸੀਂ ਆਪਣੀਆਂ ਚੀਜ਼ਾਂ ਵੀ ਕੋਈ ਇੱਕ ਦੋ ਲਿਆਂਦੀਆਂ ਸੀ। ਤੇ ਕੋਈ ਅੱਜ ਵੀ ਨਿਸ਼ਾਨੀ ਹੈ ਤੁਹਾਡੇ ਕੋਲ ਆਪਣੇ ਪਿੰਡ ਦੀ? ਹਾਂ ਇੱਕ ਮੰਜਾ ਅਸੀਂ ਬਣਾਇਆ ਉਹ ਜਿਹੜੀ ਮੈਂ ਲੱਕੜ ਲਿਆਂਦੀ ਸੀ ਨਾ ਉਹ ਚਿਰਾ ਕੇ ਨਾ ਤੇ ਅਸੀਂ ਉਹਦੀਆਂ ਹਈਆਂ ਸਿਰੂ ਬਣਾਏ ਨੇ ਤੇ ਉਹ ਮੰਜਾ ਮੇਰੇ ਕੋਲ ਅਜੇ ਵੀ ਹੈਗਾ। सन 71 ਦੇ ਵਿੱਚ ਉਹ ਆਪਣੇ ਕਬਜ਼ੇ 'ਚ ਆ ਗਿਆ ਸੀ ਨਾ, ਆਪਣੀ ਫੌਜ ਨੇ ਲੈ ਲਿਆ ਸੀ ਤੇ ਅਸੀਂ ਫਿਰ ਆਪਣੇ ਚਾਚੇ ਦੇ ਨਾਲ ਗਏ। ਅਸੀਂ ਆਖਿਆ ਚਾਚਾ ਜੀ ਸਾਨੂੰ ਦੱਸਿਓ ਨਹੀਂ, ਆਪੇ ਆਪਣਾ ਘਰ ਪਛਾਣ ਲਿਆ। ਅਸੀਂ ਆਪਣੇ ਘਰ ਵੀ ਪਛਾਣ ਲਏ, ਛੱਪੜ ਵੀ ਪਛਾਣ ਲਿਆ, ਪੀਸ ਦੂਰੀ ਵੀ ਵੇਖ ਲਈ, ਗੁਰਦੁਆਰਾ ਵੀ ਵੇਖ ਲਿਆ, ਸਾਰਾ ਕੁਝ ਵੇਖ ਲਿਆ। ਜਦੋਂ ਲੋਹੜੀ ਹੁੰਦੀ ਸੀ ਉਦੋਂ ਤੁਸੀਂ ਉੱਥੇ ਜਾਂਦੇ ਸੀ? ਉਦੋਂ ਤੈਨੂੰ ਦੱਸਿਆ ਫੁੱਲੇ ਲਿਆਈਦੇ ਸੀ, ਉਹਨਾਂ ਕੋਲੋਂ ਗੁੜ ਲਿਆਉਣਾ, ਪੰਡਾਂ ਦੀਆਂ ਪੰਡਾਂ ਉਹਨਾਂ ਨੇ ਦੇਣੇ, ਪਰਾਤਾਂ ਭਰ ਭਰ ਕੇ ਦਿੰਦੇ। ਪਿੰਡ ਮਜਬੂਰੀ ਨੂੰ ਛੱਡਿਆ ਜਦੋਂ ਪਿੰਡ 'ਚ ਉਹਨਾਂ ਦੇ ਉਹ ਵੰਡ ਜੂ ਹੋ ਗਈ। ਪਹਿਲਾਂ ਅਸੀਂ ਚਲੇ ਗਏ, ਸਾਡੇ ਵੱਡਿਆਂ ਨੇ ਖਾਲੜਿਆਂ ਵੀ ਜਗ੍ਹਾ ਲਈ ਸੀ। ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਨਈ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮਿਲੇ। ਅਸਲਾਮ ਵਾਲੇਕਮ। ਅਸੀਂ ਪਹੁੰਚੇ ਜ਼ਿਲ੍ਹਾ ਕਸੂਰ। ਸਾਡੇ ਮੋਹਤਰਮ ਬਜ਼ੁਰਗ ਹਾਜੀ ਨਿਆਮਤ ਸਾਹਿਬ ਜਿਹੜੇ ਕਿ ਪਾਰਟੀਸ਼ਨ ਦੇ ਵੇਲੇ ਹਿੰਦੁਸਤਾਨ ਵਿੱਚ ਆਏ, ਤੋਂ ਆਪਾਂ ਇਹਨਾਂ ਦੇ ਨਾਲ ਗੱਲ ਸਾਂਝੀ ਕਰਨੇ ਆ। ਗੱਲ ਸਾਂਝੀ ਕਰਨ ਤੋਂ ਪਹਿਲੇ ਮੈਂ ਰਸ਼ੀਦ ਸਾਹਿਬ ਦਾ ਖਸੂਸੀ ਧੰਨਵਾਦੀ ਹਾਂ ਕਿ ਜਿਹਨੇ ਦੋ ਪੰਜਾਬਾਂ ਦੇ ਵਿੱਚ ਇਸ ਚੈਨਲ ਨੂੰ ਰਾਈਜ਼ ਕਰਕੇ ਤੋਂ ਪੁਰਾਣੀਆਂ 70 ਸਾਲ ਵਿਛੜੀਆਂ ਯਾਦਾਂ ਔਰ ਉਹਨਾਂ ਨੂੰ ਇੱਕ ਵਾਰੀ ਫਿਰ ਤਾਜ਼ਾ ਕਰ ਦਿੱਤੀਆਂ ਔਰ ਜਿਹੜੇ ਮੁਰਝਾਏ ਹੋਏ ਚਿਹਰੇ ਜਿਹੜੇ ਨੇ ਉਹ ਖੁਸ਼ ਹੋ ਗਏ ਨੇ ਔਰ ਆਪਣੀ ਸਕਾਫਤ ਨੂੰ ਅੱਗੇ ਟਰਾਂਸਫਰ ਕਰਨ ਦਾ ਇਹ ਬਹੁਤ ਬਿਹਤਰ ਜ਼ਰੀਆ ਹੈ। ਤਾਂ ਲਓ ਜੀ ਹੁਣ ਅਸੀਂ ਗੱਲਬਾਤ ਕਰਨੇ ਆ ਬਜ਼ੁਰਗਾਂ ਦੇ ਨਾਲ। अस्सलाम वालेकुम जी। वालेकुम सलाम। ਬਜ਼ੁਰਗੋ ਕੀ ਨਾਂ ਤੁਹਾਡਾ? ਨਿਆਮਤ ਅਲੀ, ਹਾਜੀ ਨਿਆਮਤ ਅਲੀ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਤਾਜਦੀਨ। ਤੋ ਬਜ਼ੁਰਗੋ ਤੁਸੀਂ ਕਿੱਥੇ ਪੈਦਾ ਹੋਏ? ਸ਼ੀਨੇ ਪਿੰਡ ਹੈਗਾ ਸਰਜਾ ਮਿਰਜ਼ੇ ਦੇ ਨਾਲ, ਅੰਮ੍ਰਿਤਸਰ ਦੇ ਜ਼ਿਲ੍ਹੇ 'ਚ। ਇਹ ਸਰਜਾ ਮਿਰਜ਼ਾ ਕਿੱਥੇ ਆ? ਸਰਜਾ ਮਿਰਜ਼ਾ ਆਪਣਾ ਪਾਕਿਸਤਾਨ ਦੇ ਵਿੱਚ ਆ ਤੇ ਸ਼ੀਨੇ ਉੱਧਰ ਨੇ। ਯਾਨੀ ਸਰਜਾ ਮਿਰਜ਼ਾ ਪਾਕਿਸਤਾਨ ਦੇ ਇੱਕ, ਹਾਂ ਸਰਜਾ ਮਿਰਜ਼ਾ ਪਾਕਿਸਤਾਨ ਦੇ ਵਿੱਚ ਆ, ਸਮਝ ਲਓ ਕਿ ਇੱਕ ਸਰਹੱਦੀ ਗਾँव ਆ। ਤੋ ਉਹਦੇ ਅਗਲੇ ਬੰਨੇ ਛੀਨੇ ਆ। ਠੀਕ। ਤੋ ਕਿੰਨੀ ਉਮਰ ਸੀ ਤੁਹਾਡੀ ਜਦੋਂ ਉੱਥੋਂ ਆਏ? ਮੈਂ 7ਵੇਂ ਸਾਲ 'ਚ। ਤੇ ਕੋਈ ਥੋੜੀ ਬਹੁਤੀ ਹੋਸ਼ ਹੋਵੇਗੀ? ਹਾਂ ਹੋਸ਼ ਹੈਗੀ ਸੀ। ਅਸੀਂ ਵੀ ਡੰਗਰ ਬਾਹਰ ਖੜਦੇ ਹੁੰਦੇ ਹਾਂ। ਸਾਡੇ ਸਾਹਮਣੇ ਛੱਪੜ ਦੇ ਨਾਲ ਫੀਸ ਧੂਰੀ ਹੁੰਦੀ ਸੀ, ਉਹ ਸਿੱਖ ਉੱਥੇ ਦੁਆਲੇ ਕੱਢਦੇ ਹੁੰਦੇ ਸੀ ਤੇ ਉਹਨਾਂ ਚੀਜ਼ਾਂ ਵੀ ਉੱਥੇ ਬਣਦੇ ਹੁੰਦੇ ਸੀ ਤੇ ਅਸੀਂ ਲੈ ਲੈਂਦੇ ਹੁੰਦੇ ਹਾਂ ਉਹਨਾਂ ਕੋਲ। ਅੱਛਾ ਤੁਸੀਂ ਦੱਸੋ ਕਿ ਕੋਈ ਇਹਦੇ ਸੱਜੇ ਖੱਬੇ ਕੋਈ ਪਿੰਡ ਯਾਦ ਆ? ਨਹੀਂ ਮੈਨੂੰ ਨਹੀਂ ਇੰਨੇ ਯਾਦ। ਮੈਂ ਤਾਂ ਉਹ ਨਾਰਲੀ ਤੇ ਨਾਰਲਾ ਲਾਗੇ ਸੀ ਨਾ ਜਿਹੜੇ, ਇਹਨਾਂ ਦਾ ਹੀ ਪਤਾ। ਇੱਥੇ 2-3 ਦਿਨ ਗਏ ਆ, ਠੱਠੀ ਸੋਲ, ਇਹਨਾਂ 2-3 ਪਿੰਡਾਂ। ਅੱਛਾ ਜਦੋਂ ਉਹ ਖਾਲੜੇ ਵੀ ਗਏ ਆ। ਜਦੋਂ ਸਰਦਾਰ ਚੀਜ਼ਾਂ ਵੰਡਦੇ ਸਨ ਤੇ ਤੁਸੀਂ ਖਾ ਲੈਂਦੇ ਸੋ? ਅਸੀਂ ਖਾ ਲੈਂਦੇ ਹਾਂ। ਅੱਛਾ ਕੀ ਚੀਜ਼ਾਂ ਵੰਡਦੇ ਹੁੰਦੇ ਸਨ? ਉਹ ਕਈ ਵਾਰ ਨਾ ਗੁਰਦੁਆਰੇ ਉਹਨਾਂ ਦਾ ਉੱਚਾ ਜਿਹਾ ਥੜਾ ਹੁੰਦਾ ਸੀ ਤਾਂ ਅਸੀਂ ਥੱਲੇ ਖਲੋਤੇ ਹੁੰਦੇ ਹਾਂ ਤੇ ਉਹਨਾਂ ਸਾਨੂੰ ਇਹਨਾਂ ਨਾਲ ਹਲਵਾ ਦੇਣਾ ਤੇ ਅਸੀਂ ਉਹ ਲੈ ਕੇ ਖਾ ਲੈਣਾ। ਅੱਛਾ ਇਹ ਦੱਸੋ ਕਿ ਸਾਨੂੰ ਜ਼ਬਰਦਸਤੀ ਨਹੀਂ, ਉਹਨਾਂ ਆਖਣਾ ਵੰਡਦੇ ਆ ਤੇ ਅਸੀਂ ਜਾ ਕੇ ਲੈ ਲੈਣਾ। ਅੱਛਾ ਜਦੋਂ ਪਾਰਟੀਸ਼ਨ ਹੋਈ ਤੇ ਤੁਸੀਂ ਉਧਰੋਂ ਪਾਕਿਸਤਾਨ ਆਏ ਤੇ ਉਦੋਂ ਉਸ ਵਕਤ ਤੁਹਾਡੇ ਨਾਲ ਕੀ ਸਲੂਕ ਕੀਤਾ ਸੀ ਉਹ ਸਰਦਾਰ ਕੌਮ ਨੇ? ਸਾਡੇ ਪਿੰਡ ਦਾ ਸੂਬੇਦਾਰ ਸੀ, ਉਹਨੇ ਸਾਡੀ ਆਪਣੀ ਨਿਗਰਾਨੀ ਦੇ ਵਿੱਚ ਸਾਡਾ ਪਿੰਡ ਕੱਢਿਆ ਸੀ ਤੇ ਉਹ ਰਾਹ ਮੀਂਹ ਪੈਂਦਾ ਸੀ, ਬੜਾ ਮੀਂਹ ਪਿਆ ਸੀ। ਸਾਨੂੰ ਉਹ ਗੱਲਾਂ ਯਾਦ ਨੇ ਵੀ ਸਾਡੇ ਉੱਤੇ ਚਾਦਰ ਸਾਡੀ ਮਾਸੀ ਨੇ ਦਿੱਤੀ ਸੀ ਤੇ ਅਸੀਂ ਥੱਲੇ ਬੈਠੇ ਸਾਂ ਤੇ ਇੱਕ ਹਾਜਨ ਲਵਾਰੀ ਉਹਨੇ ਰੋਜ਼ਾ ਰੱਖਿਆ ਸੀ। ਉਹ ਫਿਰ ਅੱਲਾ ਨੂੰ ਪਿਆਰੀ ਹੋ ਗਈ ਤੇ ਸੂਬੇਦਾਰ ਨੇ ਉਹਦੀ ਕਬਰ ਕਢਾ ਕੇ ਤੇ ਉੱਥੇ ਦਫਨਾ ਕੇ ਤੇ ਫਿਰ ਪਿੰਡ ਕੱਢਿਆ ਸੀ। ਅੱਛਾ ਕਾਫੀ ਉਮਰ ਹੋ ਗਈ, 80 ਸਾਲ ਅਬਾਊਟ ਤੁਹਾਡੀ ਉਮਰ ਹੋ ਗਈ, ਤਾਂ ਕਦੀ ਦਿਲ ਕੀਤਾ ਉਧਰ ਜਾਣ ਨੂੰ ਕਿ ਨਹੀਂ? ਦਿਲ ਤਾਂ ਕਰਦਾ ਸੀ। सन 71 ਦੇ ਵਿੱਚ ਵੀ ਗਏ ਸਾਂ ਜਦੋਂ ਸਾਡੇ ਕਬਜ਼ੇ 'ਚ ਆ ਗਿਆ ਸੀ ਉਹ ਪਿੰਡ। ਅੱਛਾ। ਤੇ ਉੱਥੋਂ ਅਸੀਂ ਆਪਣੀਆਂ ਚੀਜ਼ਾਂ ਵੀ ਕੋਈ ਇੱਕ ਦੋ ਲਿਆਂਦੀਆਂ ਸੀ, ਲੱਕੜ ਚਿੰਬੜ ਜਾ। ਮੈਂ ਇੱਕ ਦਿਨ ਉਹ ਗਾਹ ਨਹੀਂ ਲੰਘਣ ਦਿੰਦੇ, ਮੈਂ ਉੱਥੇ ਸਾਰੀ ਦਿਹਾੜੀ ਤੋਰੀਆ ਝਾੜਦਾ ਰਿਹਾ ਤੇ ਉਹ ਤੋਰੀਆ ਕੋ ਲਿਆਂਦਾ 10-15-20 ਸਿਰ। ਅੱਛਾ। ਤੇ ਮੈਂ ਫਿਰ ਉਹ ਕੋਲੂ ਦੇ 2-3 ਕਹਾਣੀਆਂ ਕਢਾ ਕੇ ਤੇ 2 ਸਾਲ ਅਸੀਂ ਉਹ ਤੇਲ ਹੀ ਉੱਥੋਂ ਵਰਤਦੇ ਰਹੇ ਉਹਨਾਂ ਪਿੰਡ। ਅੱਛਾ। ਤੇ ਕੋਈ ਅੱਜ ਵੀ ਨਿਸ਼ਾਨੀ ਹੈ ਤੁਹਾਡੇ ਕੋਲ ਆਪਣੇ ਪਿੰਡ ਦੀ? ਹਾਂ ਇੱਕ ਮੰਜਾ ਅਸੀਂ ਬਣਾਇਆ, ਉਹ ਜਿਹੜੀ ਮੈਂ ਲੱਕੜ ਲਿਆਂਦੀ ਸੀ ਨਾ ਉਹ ਚਿਰਾ ਕੇ ਨਾ ਤੇ ਅਸੀਂ ਉਹਦੀਆਂ ਹਈਆਂ ਸਿਰੂ ਬਣਾਏ ਨੇ ਤੇ ਉਹ ਮੰਜਾ ਮੇਰੇ ਕੋਲ ਅਜੇ ਵੀ ਹੈਗਾ।
ਜੀ ਉਹ ਮੰਜਾ ਜੇ ਤੁਹਾਡੇ ਕੋਲ ਹੈ ਤੇ ਹੈਗਾ ਕੋਠੇ ਅੱਛਾ, ਇਸ ਤੋਂ ਬਾਅਦ ਤੁਹਾਨੂੰ ਕਦੀ ਯਾਦ ਨਹੀਂ ਆਈ ਉਧਰ ਕੋਈ ਪੁਰਾਣਾ ਸੱਜਣ ਕੋਈ ਨਹੀਂ ਮਿੱਤਰ? ਯਾਦ ਤੇ ਮੈਂ ਆਲਮੇ ਖਾਬ ਦੇ ਵਿੱਚ ਉਧਰ ਸਾਡੇ ਮਾਪਿਓ ਦੀਆਂ ਕਬਰਾਂ ਸੀ, ਮੈਂ ਉਹਨਾਂ ਦੇ ਆਲਮੇ ਖਾਬ ਦੇ ਵਿੱਚ ਜਨਾਜ਼ੇ ਪੜ੍ਹਾਏ ਨੇ, ਮੈਂ ਉਹਨਾਂ ਨੂੰ ਕਫਨ ਦਿੱਤੇ ਨੇ, ਮੈਂ ਉਹਨਾਂ ਦੀਆਂ ਕਬਰਾਂ ਕੱਢੀਆਂ ਨੇ ਆਲਮੇ ਖਾਬ ਦੇ ਵਿੱਚ। ਲਓ ਜੀ, ਇਹ ਸਾਡੇ ਹਾਈ ਸਾਹਿਬ ਨੇ ਇੱਕ ਨਿਆ ਜਿਹੜਾ ਆਪਣਾ ਫਲਸਫਾ ਦੱਸਿਆ ਹੈ ਕਿ ਉਹਨਾਂ ਆਪਣੇ ਵਾਲਦੈਨ ਦੇ ਨਾਲ ਅਕੀਦਤ ਰੱਖੀ ਔਰ ਵਾਲਦੈਨ ਜਿਹੜੇ ਫੌਤ ਹੋ ਗਏ ਸਨ ਔਰ ਉਧਰ ਉਹਨਾਂ ਦੀਆਂ ਕਬਰਾਂ ਨੇ ਪਿੰਡ ਸ਼ੀਨੇ ਵਿੱਚ ਔਰ ਆਲਮੇ ਖਾਬ ਦੇ ਵਿੱਚ ਉਹਨਾਂ ਨੇ ਜਨਾਜ਼ਾ ਪੜ੍ਹਾਇਆ। ਇਹ ਆਪਣੇ ਵਾਲਦੈਨ ਦੇ ਨਾਲ ਮੁਹੱਬਤ ਦਾ ਇਜ਼ਹਾਰ ਔਰ ਸਿਲਾ ਉਹਨਾਂ ਨੂੰ ਮਿਲਿਆ। ਤੋ ਮਜ਼ੀਦ ਅਸੀਂ ਹਾਈ ਸਾਹਿਬ ਨਾਲ ਗੱਲ ਕਰਾਂਗੇ ਕਿ ਹਾਈ ਸਾਹਿਬ ਸਨ 71 ਦੇ ਵਿੱਚ ਤੁਸੀਂ ਗਏ ਉਧਰ? ਸੰਨ 71 ਦੇ ਵਿੱਚ ਉਹ ਆਪਣੇ ਕਬਜ਼ੇ 'ਚ ਆ ਗਿਆ ਸੀ ਨਾ, ਆਪਣੀ ਫੌਜ ਨੇ ਲੈ ਲਿਆ ਸੀ ਤੇ ਅਸੀਂ ਫਿਰ ਆਪਣੇ ਚਾਚੇ ਦੇ ਨਾਲ ਗਏ। ਅਸੀਂ ਆਖਿਆ ਚਾਚਾ ਜੀ ਸਾਨੂੰ ਦੱਸਿਓ ਨਹੀਂ, ਆਪੇ ਆਪਣਾ ਘਰ ਪਛਾਣ ਲਾਂਗੇ। ਅੱਛਾ, ਤੁਸੀਂ ਦੱਸੋਗੇ ਕਿ ਸਨ 71 ਜੋ ਤੁਸੀਂ ਉੱਥੇ ਆਏ ਉਦੋਂ 7 ਸਾਲ ਦੀ ਉਮਰ, ਸਨ 71 ਵਿੱਚ ਜਾ ਕੇ ਤੁਸੀਂ ਆਪਣਾ ਘਰ ਲੱਭ ਲਿਆ? ਅਸੀਂ ਲੱਭ ਲਿਆ ਸੀ ਆਪਣਾ ਘਰ। ਉਹ ਇੱਕ ਬੋਰਡ ਵੀ ਹੈਗਾ ਸੀ, ਉਹ ਸਾਡੇ ਇੱਕ ਵਿਹੜਾ ਇੱਕੋ ਸੀ, ਇੱਕ ਬੱਕਾ ਤੇ ਇਲਮਾ ਰਾਹੀਂ ਸੀ ਉਹਨਾਂ ਦਾ, ਤੇ ਸਾਡਾ ਵਿਹੜਾ ਇੱਕੋ ਸੀ। ਅਸੀਂ ਆਪਣੇ ਘਰ ਵੀ ਪਛਾਣ ਲਏ, ਛੱਪੜ ਵੀ ਪਛਾਣ ਲਿਆ, ਪੀਸ ਦੂਰੀ ਵੀ ਵੇਖ ਲਈ, ਗੁਰਦੁਆਰਾ ਵੀ ਵੇਖ ਲਿਆ, ਸਾਰਾ ਕੁਝ ਵੇਖ ਲਿਆ। ਫਿਰ ਤੇ ਬੜਾ ਆਨੰਦ ਮਾਣਿਆ। ਤੇ ਅੱਛਾ, ਇਹ ਵੀਡੀਓ ਸਾਡੀ ਜਿਹੜੀ ਆ ਉਹ ਸਾਡੇ ਦੋਸਤ ਜਿਹੜੇ ਨੇ ਚੜ੍ਹਦੇ ਪੰਜਾਬ ਵਾਲੇ ਵੇਖਣਗੇ। ਉਮੀਦ ਹੈ ਕਿ ਤੁਹਾਡੇ ਪਿੰਡ ਛੀਨਿਆਂ ਦੇ ਕੁਝ ਲੋਕ ਦੇਖਣਗੇ ਔਰ ਤੁਸੀਂ ਉਹਨਾਂ ਦੇ ਬਾਰੇ 'ਚ ਕੀ ਸੁਨੇਹਾ ਦੇਣਾ ਚਾਹੁੰਦੇ, ਜਿਹੜੇ ਕੋਈ ਤੁਹਾਡੇ ਉਸ ਦੌਰ ਦੇ ਦੋਸਤ ਨੇ, ਉਹਨਾਂ ਦੀ ਔਲਾਦ ਆ, ਉਹਨਾਂ ਦੇ ਬਾਰੇ 'ਚ ਕੀ ਤੁਸੀਂ ਉਹਨਾਂ ਨੂੰ ਪੈਗਾਮ ਦੇਣਾ ਚਾਹੁੰਦੇ? ਇੱਕ ਬਾਬਾ ਹੁੰਦਾ ਸੀ ਚੰਦਨ, ਉਹ ਬਾਬਾ ਸੀ, ਉਹਦੀ ਉਦੋਂ ਸਫੈਦ ਦਾੜੀ ਸੀ, ਇਹ ਦਰਮਿਆਨੇ ਕੱਦ ਸੀ। ਇਹ ਨਿਹਾਲੂ ਜਿਹੜਾ ਨਾ, ਇਹ ਕਰਾ ਮੇਰੀ ਉਧਰ ਬਾਂਹ ਟੁੱਟ ਗਈ ਸੀ ਪੀਸ ਦੂਰੀ ਤੋਂ, ਤੇ ਉਹ ਮੇਰੀ ਬਾਂਹ ਫੜ ਕੇ ਲੈ ਕੇ ਤੇ ਮੇਰੇ ਤਾਏ ਕੋਲ ਆਇਆ, ਤੇ ਉਹਦੇ ਮਗਰਲੇ ਬੰਨੇ ਤਰਖਾਨ ਸੀ ਇੱਕ, ਉਹਦਾ ਮੈਨੂੰ ਨਾਂ ਨਹੀਂ ਯਾਦ। ਉਹਨੇ ਮੈਨੂੰ ਇੱਥੇ ਫੱਟੀਆਂ ਬੰਨ੍ਹ ਕੇ ਦੋ ਇੱਧਰ ਤੇ ਇੱਕ ਬੰਨਿਆਂ ਤੇ ਲਾ ਕੇ, ਤੇ ਉਹਨੇ ਮੈਨੂੰ ਪੱਟੀਆਂ ਵੱਲ ਦਿੱਤੀਆਂ। ਇਨਸ਼ਾਅੱਲਾ ਤਾਲਾ ਮੈਨੂੰ ਉਹ ਬੜਾ ਫੌਰੀ ਆਰਾਮ ਆ ਗਿਆ। ਫਿਰ ਉਹ ਅੱਛਾ, ਜਦੋਂ ਤੁਸੀਂ ਉਧਰੋਂ ਨਿਕਲੇ, ਤੁਸੀਂ ਰਾਤ ਨਿਕਲੇ ਸੀ ਜਾਂ ਦਿਨੇ ਨਿਕਲੇ ਸੀ? ਦਿਨੇ ਵੱਡੇ ਵੇਲੇ ਰੋਜ਼ੇ ਲੋਕਾਂ ਰੱਖ ਲਏ ਸੀ ਤੇ ਉਦੋਂ ਨਿਕਲੇ ਅਸੀਂ। ਯਾਨੀ ਉਹ ਜਿਹੜਾ ਸੂਬੇਦਾਰ ਸੀ, ਜਿਹੜਾ ਤੁਹਾਡੇ ਪਿੰਡ ਦਾ ਅਫਸਰ ਸੀ, ਉਹਨੇ ਤੁਹਾਨੂੰ ਆਪਣੀ ਕਸਟਡੀ ਦੇ ਵਿੱਚ ਕੱਢਿਆ ਔਰ ਕਿਸੇ ਨੇ ਤੁਹਾਨੂੰ ਕੁਛ ਨਹੀਂ ਕਿਹਾ? ਨਹੀਂ, ਸਾਨੂੰ ਕੁਝ। ਤੋ ਫਿਰ ਆਣ ਕੇ ਕਿੱਥੇ ਡੇਰਾ ਲਾਇਆ ਤੁਸੀਂ? ਅਸੀਂ ਫਿਰ ਖਾਲੜੇ ਰਹੇ 2-3 ਦਿਨ, 2-3 ਦਿਨ 4 ਦਿਨ ਰਹੇ ਉੱਥੇ। ਫਿਰ ਜਦੋਂ ਖਾਲੜਾ ਬੋਲਿਆ ਇੰਡੀਆ ਦੇ ਵਿੱਚ ਹੈ, ਜਦੋਂ ਤਹਿਸੀਲ ਕਸੂਰ ਨਾਲੋਂ ਥਾਣੇ ਟੁੱਟੇ ਨੇ, ਫਿਰ ਅਸੀਂ ਇੱਥੇ ਨਹਿਰ 'ਤੇ ਆਏ। ਉੱਥੇ ਸਾਡਾ ਚਾਚਾ ਇੱਕ ਦੁੱਧ ਚੁਆਉਂਦਾ ਹੁੰਦਾ ਸੀ, ਤੇ ਉਹਨੇ ਉਹ ਟਰੱਕ ਦੇ ਵਿੱਚ ਸਾਨੂੰ ਬਹਾ ਦਿੱਤਾ, ਉਹਨੇ ਸਾਨੂੰ ਡਿਹਾਰੇ ਆਣ ਕੇ ਲਾ ਦਿੱਤਾ। ਅੱਛਾ, 2-3 ਦਫਾ ਤੁਸੀਂ ਚਾਚਾ ਜੀ ਦਾ ਨਾਂ ਲਿਆ, ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਚਾਚਾ ਜੀ ਦਾ ਨਾਂ ਕੀ ਹੈ? ਨਵਾਬ ਬਾਵਾ। ਤੇ ਕਿੱਥੇ ਰਹਿੰਦਾ ਹੈ? ਉਹ ਅੱਲਾ ਨੂੰ ਪਿਆਰਾ ਹੋ ਗਿਆ, ਹਡਿਆਰੇ ਰਹਿੰਦਾ ਸੀ। ਅੱਛਾ, ਗਾਂ ਉਹਦੀ ਕੋਈ ਔਲਾਦ ਹਡਿਆਰੇ ਬੈਠੀ ਹੈ? ਉਹਦਾ ਸਾਕਾ ਪੁੱਤਰ ਸੀ ਇੱਕੋ ਇੱਕ, ਉਹ ਵੀ ਅੱਲਾ ਨੂੰ ਪਿਆਰਾ ਹੋ ਗਿਆ। ਹੁਣ ਗਾਂ ਉਹਦੀ ਔਲਾਦ ਹੈਗੀ ਆ, ਉਹਦੇ ਬੱਚੇ ਹੈਗੇ ਆ। ਸ਼ਫਾਕ ਵੱਡਾ ਹੈ, ਰਿਆਜ਼ ਆ, ਮੁਸ਼ਤਾਕ ਆ, ਸੱਦਾ ਹੈ ਤੇ ਉਹ ਸ਼ਦਾਦ ਜਿਹਨੂੰ ਆਂਦੇ ਜੇ। ਤੇ ਕਦੀ ਆਪਣੇ ਚਾਚੇ ਦੀ ਆਲ ਔਲਾਦ ਨੂੰ ਮਿਲਣਾ ਪਸੰਦ ਕੀਤਾ? ਗਏ ਕਦੀ ਉੱਥੇ ਹਡਿਆਰੇ ਤੁਸੀਂ? ਜਾਂਦੇ ਰਹੀਦਾ, ਮਿਲਦੇ ਰਹੀਦਾ, ਵਿਆਹ ਸ਼ਾਦੀ ਉਸ ਤਰ੍ਹਾਂ ਵੀ ਮਿਲਣ ਗਿਲ ਚਲੇ ਜਾਈਦਾ। ਅੱਛਾ, ਅਗਰ ਹੁਣ ਮੌਕਾ ਮਿਲ ਜਾਵੇ, ਕੋਈ ਪੰਜਾਬ ਦਾ ਵੀਜ਼ਾ ਖੁੱਲ ਜਾਵੇ, ਤੇ ਤੁਸੀਂ ਜਾਣ ਵਾਸਤੇ ਤਿਆਰ ਹੋ? ਤਿਆਰ ਤੇ ਹੈਗੇ, ਤੇ ਅਸੀਂ ਇਸ ਕਰਕੇ ਨਹੀਂ ਤਿਆਰ ਹੁੰਦੇ ਵੀ ਸਾਨੂੰ ਉੱਥੇ ਪਛਾਣਨਾ ਕਿੰਨੇ ਆ, ਕਿੰਨੇ ਜਾਣਨਾ ਸਾਨੂੰ ਵੀ ਇਹ ਕੌਣ ਦੇ ਕੌਣ ਨਹੀਂ ਹੈ। ਇਹ ਗੱਲ ਛੱਡ ਦਿਓ, ਮੈਨੂੰ ਪਤਾ ਹੈ ਕਿ ਮੈਂ ਇਸ ਚੈਨਲ ਦੇ ਨਾਲ ਜੁੜਿਆ ਹਾਂ। ਜਿੰਨੀ ਕੁ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਮੁਹੱਬਤ ਹੈ ਨਾ ਲਹਿੰਦੇ ਪੰਜਾਬ ਵਾਸਤੇ, ਔਰ ਜਿੰਨੀ ਲਹਿੰਦੇ ਪੰਜਾਬ ਵਾਸਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਚੜ੍ਹਦੇ ਪੰਜਾਬ ਨਾਲ, ਇਹ ਤੁਸੀਂ ਸਿਰਫ ਨਾਂ ਹੀ ਲੈਣਾ, ਦੱਸਣਾ ਹੈ ਕਿ ਮੇਰਾ ਪਿੰਡ ਛੀਨੇ ਆ, ਮੈਂ ਇੱਥੇ ਰਹਿ ਕੇ ਗਿਆ, ਤਾਂ ਤੁਹਾਨੂੰ ਆਪੇ ਸਾਰੀਆਂ ਜਿਹੜੀਆਂ ਨੇ ਨਾ ਉਹ ਤੁਹਾਡੇ ਨਾਲ ਵਾਕਫੀਅਤਾਂ ਉਹ ਕੱਢ ਲੈਣਗੇ। ਤੋ ਦੋਸਤੋ, ਇੱਕ ਮੁੰਡਾ ਹੈਗਾ ਸੀ, ਉਹਦਾ ਨਾਂ ਕੁੰਦੂ ਸੀ, ਮੈਨੂੰ ਉਹ ਵੀ ਯਾਦ, ਉਹ ਸਾਡਾ ਹਾਣੀ ਸੀ। ਤੇ ਉਹਦੇ ਕੁੰਦੂ, ਉਹਦੇ ਅੱਬੂ ਦਾ ਕੀ ਨਾਂ ਸੀ? ਉਹਦੇ ਪਿਓ ਦਾ ਨਹੀਂ ਮੈਨੂੰ ਪਤਾ, ਉਹਦਾ ਨਾਂ ਕੁੰਦੂ ਸੀ। ਅੱਛਾ, ਤੁਸੀਂ ਦੱਸੋ, ਛੋਟੇ ਛੋਟੇ ਜਦੋਂ ਬੱਚੇ ਤੇ ਕਦੀ ਸਿੱਖਾਂ ਦੇ ਬੱਚਿਆਂ ਨਾਲ ਲੜੇ ਸੀ ਕਿ ਨਹੀਂ ਲੜਿਆ? ਨਹੀਂ ਵੀ ਅਸੀਂ ਨਹੀਂ ਲੜੇ, ਤੇ ਇੱਕ ਦੂਸਰੇ ਦੇ ਘਰ ਆ ਜਾਂਦੇ ਸੀ? ਅਸੀਂ ਜਾਂਦੇ ਹੁੰਦੇ ਆ। ਮੈਂ ਇੱਕ ਵਾਰ ਗਿਆ ਹਾਂ ਉਹ ਨਿਹਾਲੂ ਦੇ ਘਰ, ਨਾ ਦਲੀਪੇ ਦੇ ਘਰ ਮੈਂ ਗਿਆ, ਤੇ ਉਹ ਮੇਰਾ ਅੱਗੋਂ ਝੱਗਾ ਚੁੱਕ ਕੇ ਆਪਣੇ ਟੱਬਰ ਨੂੰ ਵਿਖਾਵੇ ਆ ਕੇ ਆਏ।
ਅੱਛਾ ਇੱਕ ਇੱਕ ਇਹ ਵੀ ਗੱਲ ਬੜੀ ਸੁਣੀ ਅਸੀਂ ਕਿ ਜਦੋਂ ਅਸੀਂ ਜਾਂਦੇ ਸੀ ਸਰਦਾਰਾਂ ਦੇ ਵਿਹੜਿਆਂ ਦੇ ਤੇ ਉਹ ਸਾਨੂੰ ਭਾਂਡੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ, ਸਾਨੂੰ ਨਲਕੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ, ਸਾਨੂੰ ਆਪਣੇ ਚੌਂਤਰੇ ਤੇ ਨਹੀਂ ਚੜ੍ਹਨ ਦਿੰਦੇ। ਇਹਦੇ ਬਾਰੇ 'ਚ ਕੀ ਖਿਆਲ ਹੈ? ਨਹੀਂ ਅਸੀਂ ਤੈਨੂੰ ਦੱਸਿਆ ਵੀ ਅਸੀਂ ਆਉਂਦੇ ਸਾਂ ਅਜੇ ਤੇ ਸਾਨੂੰ ਨਾ ਕਿਸੇ ਨੇ ਰੋਕਿਆ। ਦਿਨ ਆਉਂਦੇ ਸੀ ਨਾ ਤੇ ਇਹਨੇ ਫੁੱਲੇ ਵੰਡਦੇ ਹੁੰਦੇ, ਅਸੀਂ ਆਉਂਦੇ ਹਾਂ ਫੁੱਲਿਆਂ ਦੀਆਂ ਪੰਡਾਂ ਤੇ ਆਉਣੀਆਂ, ਨਾਲੇ ਗੁੜ ਦੀਆਂ ਰੋੜੀਆਂ ਹੈ। ਉਹ ਜਦੋਂ ਲੋਹੜੀ ਦਿੰਦੇ ਹੁੰਦੇ ਸੀ ਨਾ, ਲੋਹੜੀਆਂ ਉਹ ਬਣਦੇ ਹੁੰਦੇ, ਉਹ ਵੀ ਮੈਨੂੰ ਯਾਦ ਆ ਵੀ ਲਿਆਉਂਦੇ ਰਹੇ। ਅੱਛਾ ਤੁਸੀਂ ਦੱਸੋ, ਸ਼ਾਦੀ ਵਿਆਹ ਦੇ ਵਿੱਚ ਜਦੋਂ ਗਾਣ ਦਾ ਪ੍ਰੋਗਰਾਮ ਬਣਦਾ ਬੀਬੀਆਂ ਦਾ, ਤੇ ਉਦੋਂ ਮੁਸਲਮਾਨ ਔਰ ਸਰਦਾਰ ਬੀਬੀਆਂ ਇਹ ਇੱਕ ਦੂਜੇ ਦੇ ਨਾਲ ਭਿਆਲੀ ਰੱਖਦੀਆਂ ਸਨ ਗਾਣ ਬੋਲਣ ਦੀ? ਤੇ ਇਹਨਾਂ ਦਾ ਹੁਣ ਸਾਈ ਤਾਂ ਤੈਨੂੰ ਦੱਸਿਆ ਮੈਂ 5-6 ਸਾਲ ਦਾ 6 ਸਾਲ ਦਾ 7ਵੇਂ ਸਾਲ ਦਾ ਜਦੋਂ ਜਾੜੇ ਪੈ ਗਏ ਆ ਤੇ ਵਿਆਹਾਂ ਸ਼ਾਦੀਆਂ 'ਚ ਤੇ ਨਹੀਂ ਵੇਖਿਆ। ਤੇ ਉਹ ਮਾੜਾ ਮਾੜਾ ਪਛਾਣ ਵੀ ਹੈਗੀ ਵੀ ਇਕੱਠੇ ਹੀ ਬਹਿੰਦੇ ਰਹਿੰਦੇ ਸੀ, ਉਧਰ ਉਧਰ ਹੀ ਜਾਂਦੇ ਆਉਂਦੇ। ਜਦੋਂ ਲੋਹੜੀ ਹੁੰਦੀ ਸੀ ਉਦੋਂ ਤੁਸੀਂ ਉੱਥੇ ਜਾਂਦੇ ਸੀ? ਉਦੋਂ ਤੈਨੂੰ ਦੱਸਿਆ ਫੁੱਲੇ ਲਿਆਈਦੇ ਸੀ, ਉਹਨਾਂ ਕੋਲੋਂ ਗੁੜ ਲਿਆਉਣਾ, ਪੰਡਾਂ ਦੀਆਂ ਪੰਡਾਂ ਉਹਨਾਂ ਨੇ ਦੇਣੇ, ਪਰਾਤਾਂ ਭਰ ਭਰ ਕੇ ਦਿੰਦੇ ਹੁੰਦੇ ਸੀ। ਤੇ ਅੱਛਾ ਜਦੋਂ ਈਦ ਹੁੰਦੀ ਸੀ ਸਾਡੀ, ਉਦੋਂ ਈਦ ਵਿੱਚ ਤੁਸੀਂ ਵੀ ਉਹਨਾਂ ਨੂੰ ਇਨਵਾਈਟ ਕਰ, ਉਹ ਤੇ ਤੁਹਾਨੂੰ ਲੋਹੜੀ ਤੇ ਫੁੱਲੇ ਦਿੰਦੇ ਸਨ, ਉਹ ਤੁਹਾਨੂੰ ਗੁੜ ਦਿੰਦੇ ਸਨ, ਤੁਸੀਂ ਤੇ ਉਹਨਾਂ ਨਾਲ ਕੀ ਤਾਲੁਕ ਕੋਆਪਰੇਟ ਕਰਦੇ ਸੀ? ਨਹੀਂ ਅਸੀਂ ਤੇ ਉਹ ਵੱਡਿਆਂ ਨੂੰ ਪਤਾ ਹੋ ਵੀ ਉਹ ਕੁਝ ਦਿੰਦੇ ਸੀ ਜਾਂ ਨਹੀਂ ਸੀ ਦਿੰਦੇ, ਸਾਨੂੰ ਤੇ ਨਹੀਂ ਪਤਾ ਉਹਨਾਂ ਦਾ। ਹਾਈ ਸਾਹਿਬ, ਹਾਂਜੀ। ਤੁਹਾਡੇ ਜਿਹੜਾ ਪਿੰਡ ਸੀ ਛੀਨੇ, ਆਹ ਇਹ ਕਿੰਨੀ ਕੁ ਆਬਾਦੀ ਹੋਊਗੀ ਉਹ ਅੰਦਾਜ਼ੇ ਨਾਲ? ਬਾਦੀ ਮੇਰਾ ਖਿਆਲ 500-400 ਹੀ ਘਰ ਹੋਵੇਗਾ, ਇੰਨਾ ਕੀ ਹੋਣਾ। ਹਾਂ 500-400 ਹੀ ਘਰ ਹੋਵੇਗਾ। ਤੇ ਉੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਉਸ ਪਿੰਡ ਵਿੱਚ? ਬਰਾਦਰੀਆਂ ਉੱਥੇ ਮਿਸਾਲ ਘੁਮਿਆਰਾਂ ਤੋਂ ਲੈ ਕੇ ਘੁਮਿਆਰ ਵੀ, ਜਲਾਏ ਵੀ, ਮੋਚੀ ਵੀ, ਤੇਲੀ ਵੀ ਹੈਗੇ, ਸ਼ਾਹਦੀਨ ਹੋਣੀ ਹੈ। ਫਿਰ ਇਹ ਚੌਧਰੀ ਹੈਗੇ ਸੀ, ਇਹਦਾ ਪੁੱਤਰ ਸੀ ਜਿਹੜਾ ਸੂਬੇਦਾਰ ਮੈਂ ਤੈਨੂੰ ਦੱਸਿਆ ਨਾ, ਇਹਦਾ ਪੁੱਤਰ ਸੀ ਨੀਫ, ਉਹ ਵੱਡਾ ਥਾਣੇਦਾਰ ਰਿਹਾ ਸੀ। ਇੱਧਰ ਆਣ ਕੇ ਦਿੱਲੀ ਦਰਵਾਜ਼ੇ 12 ਥਾਣੇ ਦਾ ਇੰਸਪੈਕਟਰ ਵੀ ਰਿਹਾ ਸੀ ਉਹ। ਇਹਨਾਂ ਦੀ ਅਸੀਂ ਮੌਜੂਦਗੀ ਦੇ ਵਿੱਚ ਫਿਰ ਇੱਧਰੋਂ ਆਏ ਸਾਂ। ਚੌਧਰੀ ਜਿਨ੍ਹਾਂ ਨੂੰ ਜੱਟ ਚੌਧਰੀਆਂ ਦੀ ਆਂਦੇ ਨੇ, ਚੌਧਰੀਆਂ ਦੀ ਕਿਹੜੀ ਬਰਾਦਰੀ ਸੀ? ਜ਼ਿਮੀਂਦਾਰ ਜਿਨ੍ਹਾਂ ਨੂੰ ਆਂਦੇ ਨੇ, ਪਹਿਲੀ ਵਾਹੀ ਬੀਜੀ ਕਰਨ ਵਾਲੇ। ਅੱਛਾ ਤੁਹਾਡੇ ਅੱਬੂ ਦੀ ਵੀ ਤੁਹਾਡੇ ਅੰਮੀ ਦੀ ਵੀ ਯਾਨੀ ਵਾਲਦੈਨ ਦੀਆਂ ਕਬਰਾਂ ਉੱਧਰ ਹੀ ਨੇ? ਕਬਰਾਂ ਸਾਡੀਆਂ ਉੱਧਰ ਹੈ। ਮੈਂ ਤੁਹਾਨੂੰ ਅੱਗੇ ਦੱਸਿਆ ਨਾ ਉੱਧਰ ਮੈਂ ਆਲਮੇ ਖਾਬ ਦੇ ਵਿੱਚ ਕਬਰਾਂ 'ਚ ਗਿਆ, ਉੱਥੇ ਮੈਨੂੰ ਅੱਲਾ ਦੀ ਤਰਫੋਂ ਆਵਾਜ਼ ਆਈ ਵੀ ਇਹ ਤੇਰੇ ਮਾਂ ਪਿਓ ਦੀਆਂ ਇਹ ਹੈਗੇ ਨੇ ਕੁਰੰਗ ਪਏ ਨੇ ਉਹ ਜਨ ਢਾਂਚੇ। ਤੇ ਮੈਂ ਫਿਰ ਉਹਨਾਂ ਨੂੰ ਨਵਾਇਆ ਧਵਾਇਆ, ਕਫਨ ਦਿੱਤੇ, ਫਿਰ ਕਬਰਾਂ ਕੱਢੀਆਂ ਪਾਈਆਂ, ਫਿਰ ਜਨਾਜ਼ਾ ਕਰਾਇਆ, ਫਿਰ ਬੜੀ ਦੁਨੀਆ ਮੇਰੇ ਮਗਰ। ਤੇ ਮੈਂ ਫਿਰ ਦੁਆ ਖੈਰ ਮੰਗੀ, ਫਿਰ ਮੈਂ ਇਕੱਲਾ ਰਹਿ ਗਿਆ। ਇਕੱਲੇ ਨੇ ਦਫਨ ਕਰਕੇ ਤੇ ਫਿਰ ਮੈਂ ਉੱਥੋਂ ਮੇਰੀ ਅੱਖ ਉਗੜੀ, ਜਦੋਂ ਮੈਂ ਕਬਰ ਤੇ ਖਲੋ ਕੇ ਦੁਆ ਮੰਗੀ ਫਿਰ ਮੇਰੀ ਅੱਖ ਉਗੜੀ। ਤੇ ਆਪਣਾ ਤੁਸੀਂ ਫਿਰ ਪਿੰਡ ਕਿਵੇਂ ਛੱਡਿਆ? ਪਿੰਡ ਮਜਬੂਰੀ ਨੂੰ ਛੱਡਿਆ। ਜਦੋਂ ਪਿੰਡ 'ਚ ਉਹਨਾਂ ਦੇ ਉਹ ਵੰਡ ਜੂ ਹੋ ਗਈ, ਪਹਿਲਾਂ ਅਸੀਂ ਚਲੇ ਗਏ ਸਾਡੇ ਵੱਡਿਆਂ ਨੇ ਖਾਲੜੇ ਵੀ ਜਗ੍ਹਾ ਲਈ ਸੀ, ਸਾਡੀ ਕਨਾਲ ਜਗ੍ਹਾ ਸੀ, ਸਾਡੇ ਪਿਓ 4 ਭਰਾ ਸੀ। ਅਸੀਂ ਫਿਰ ਇਹਨਾਂ ਨੇ ਆਖਿਆ ਵੀ ਚਲੋ ਉੱਥੇ ਚਲੇ ਜਾਵਾਂਗੇ, ਉੱਥੇ ਆਪਣੇ ਰਹਿ ਪਾਂਗੇ। ਉਹ ਫਿਰ ਜਦੋਂ ਇਹ ਵੀ ਨਾਲ ਲੈ ਗਿਆ ਖਾਲੜਾ ਵੀ, ਇਹ ਪੱਟੀ ਵਲਟੋਆ ਭਿੱਖੀਵਿੰਡ ਖਾਲੜਾ, ਜਦੋਂ ਤਾਰੇ ਥਾਣੇ ਗਏ ਨੇ ਇਹ ਤਹਿਸੀਲ ਕਸੂਰ ਦੇ, ਫਿਰ ਉਹ ਵੀ ਸਾਨੂੰ ਛੱਡਣਾ ਪੈ ਗਿਆ। ਫਿਰ ਉੱਥੋਂ ਅਸੀਂ ਟਰੱਕ 'ਤੇ ਬਾਤਾ, ਸਾਡੇ ਚਾਚੇ ਨੇ ਉਹਨਾਂ ਨਿੱਕੀਆਂ ਨਿੱਕੀਆਂ ਗੰਢੀਆਂ 1-2-4 ਉਹ ਚੁੱਕ ਕੇ ਤੇ ਉਹਨਾਂ ਅੱਡੇ 'ਤੇ ਲਾਤਾ ਡਿਹਾਰੇ, ਤੇ ਅਸੀਂ ਫਿਰ ਡਿਹਾਰੇ ਉਹਨਾਂ ਦੇ ਇੱਥੇ ਆ ਗਏ। ਅੱਛਾ ਇਹ ਵਾਪਨਾ ਕਿੰਨੇ ਦਿਨਾਂ ਬਾਅਦ ਵਾਪਰੀ ਕਿ ਖਾਲੜਾ ਤੁਹਾਡਾ ਨਹੀਂ ਹੈਗਾ, ਜਦਕਿ ਪਹਿਲੇ ਤੁਸੀਂ ਖਾਲੜੇ ਜਾ ਗਏ? ਇਹ ਕੋਈ ਮੇਰੇ ਅੰਦਾਜ਼ੇ ਨਾਲ ਵੀ 4-5 ਦਿਨ ਦੀ ਗੱਲ ਸੀ, 5 ਦਿਨ ਜਾਂ 4 ਦਿਨ ਐਵੇਂ ਰਹੇ ਅਸੀਂ ਉੱਥੇ। ਤੇ ਫਿਰ ਖਾਲੜੇ ਤੋਂ ਅੱਗੇ ਪਾਕਿਸਤਾਨ ਵਿੱਚ ਕਿਹੜੇ ਪਿੰਡ ਜਾਏ? ਫਿਰ ਪਿੰਡ ਡਿਹਾਰਾ, ਬਰਕੀ ਡਿਹਾਰਾ ਦੇ ਹੈਗਾ ਸੀ ਥਾਣਾ, ਬਰਕੀ ਥਾਣਾ ਡਿਹਾਰੇ ਦਾ ਚੌਂਕੀ ਸੀ ਇੱਥੇ। ਤੇ ਫਿਰ ਅਸੀਂ ਇੱਥੇ ਰਹੇ, ਸਾਡੀ ਇੱਥੇ ਫੁੱਫੀ ਸੀ, ਅਸੀਂ ਉਹ ਤਾਂ ਮਰ ਗਈ ਤੇ ਉਹ ਫਿਰ ਇੱਥੇ ਰਿਸ਼ਤੇਦਾਰਾਂ ਦੇ ਵਿੱਚ ਅਸੀਂ ਇੱਥੇ ਆ ਗਏ। ਤੇ ਹਡਿਆਰੇ ਤੋਂ ਕਸੂਰ ਦਾ ਸਫ਼ਰ ਜਿਹੜਾ ਉਹ ਤੇ ਦੱਸੋ ਜਰਾ ਕਿ ਹਡਿਆਰੇ ਤੋਂ ਫਿਰ ਤੁਸੀਂ ਕਸੂਰ ਕਿਸ ਤਰ੍ਹਾਂ ਪਹੁੰਚੇ? ਇਹ ਫਿਰ ਸੰਨ 71 ਦੇ 65 ਦੇ ਵਿੱਚ ਨਾ ਜਦੋਂ ਜੰਗ ਲੱਗੀ ਆ ਨਾ ਜੂਬ ਖਾਂ ਦੀ, ਤੇ ਉਦੋਂ ਫਿਰ ਉਹਨਾਂ ਨੇ ਹਡਿਆਰੇ ਦੇ ਉੱਤੇ ਕਬਜ਼ਾ ਕਰ ਲਿਆ ਸੀ। ਤੇ ਅਸੀਂ ਇਹ 4 ਦਿਨ ਇਹ ਪਿੰਡ ਘੇਰੇ 'ਚ ਆਏ ਰਹੇ ਆ। ਫਿਰ ਇੱਥੋਂ ਦਾ ਇੱਕ ਹੈਗਾ ਸੀ ਮੇਜਰ ਜਾਂ ਸੂਬੇਦਾਰ ਸੀ, ਉਹਨੇ ਫਿਰ ਜਦੋਂ ਉਹਦਾ ਤਬਾਦਲਾ ਹੋਇਆ ਉਹਨੇ ਕੱਢਿਆ ਪਿੰਡ ਵੀ, ਉਹਨੇ ਆ ਮੇਰਾ ਪਿੰਡ ਆ ਪੁਰਾਣਾ, ਉਹ ਇੱਥੋਂ ਦਾ ਹਡਿਆਰੇ ਦਾ ਸੀ। ਉੱਧਰ ਜਾ ਕੇ ਨੌਕਰ ਹੋਇਆ ਤੇ ਉਹ ਕੋਈ ਸੂਬੇਦਾਰ ਬਣਿਆ ਸੀ ਹੈ, ਉਹਨੇ ਫਿਰ ਪਿੰਡ ਕੱਢਿਆ ਵੀ ਇਹਨੂੰ ਪਿੰਡ ਨੂੰ ਹੁਣ ਕੱਢ ਦਈਏ ਸਹੀ ਸਲਾਮਤ। ਉਹ ਮੇਰਾ ਖਿਆਲ ਅਰਜੂ ਦਾ ਕੌਣ ਹੈ ਇਹਦਾ, ਉਹਦਾ ਮੈਨੂੰ ਪਿਓ ਦਾ ਨਾਂ ਵੀ ਯਾਦ ਸੀ,
ਇਹ ਨੀਂਹ ਹੋਣੀ ਬੈਠੇ ਨੇ ਉਹਦੇ ਮਕਾਨਾਂ 'ਚ ਬੈਠੇ ਸੀ। ਇਹਨਾਂ ਦਾ ਮੁੰਡਾ ਸੀ ਉਹ ਦਰਸ਼ੂ ਦਾ ਮੁੰਡਾ ਸੀ ਫੌਜ ਦੇ ਵਿੱਚ। ਉਹਨੇ ਹਰੇ ਪਿੰਡ ਕੱਢਿਆ, ਉਹਨੇ ਆਖਿਆ ਮੇਰਾ ਤਬਾਦਲਾ ਹੋ ਜਾਣਾ, ਮੇਰਾ ਪਿੰਡ ਨਿਕਲ ਜਾਵੇ। ਯਾਨੀ ਹਡਿਆਰੇ ਦਾ ਸੀ ਦਰਸ਼ੂ, ਤੇ ਤੇ ਉਹਦਾ ਬੇਟਾ ਸੀ ਜਿਹੜਾ ਆਰਮੀ ਦੇ ਵਿੱਚ ਸੀ, ਤੇ ਉਹਨੇ ਫਿਰ ਪਿੰਡ ਚੋਂ ਕੱਢ ਦਿੱਤਾ ਲੋਕਾਂ ਨੂੰ ਵੀ ਹਾਲਾਤ ਬਹੁਤ ਅਨਕਾਬੂ 'ਚ ਹੋ ਗਏ ਨੇ। ਰੋਗ ਨਹੀਂ ਰਿਹਾ ਤੇ ਮੈਂ ਮਗਰੋਂ ਮਿਸਾਲ ਮੇਰੇ ਤੇ ਮੁਖਬਰੀ ਹੋਈ ਆ ਵੀ ਇਹ ਪਿੰਡ ਨੂੰ ਮਾਰਨ ਨਹੀਂ ਦਿੰਦੇ, ਤੇ ਅਸੀਂ ਜਾਣਾ ਲਿਆ ਜਾ ਕੇ ਪਿੰਡ ਨੂੰ ਮਾਰਦੇ ਆ ਜਾਂ ਲੁੱਟਦੇ ਆ, ਤੇ ਉਹ ਲੁੱਟਣ ਨਹੀਂ ਦਿੰਦਾ। ਉਹਨੇ ਫਿਰ ਘੰਟਾ ਕੁ ਦਿੱਤਾ, 2 ਘੰਟੇ ਦਾ ਉਹਨੂੰ ਮੁੱਲ ਸੀ। ਉਹਨੇ ਆਹ 2 ਘੰਟਿਆਂ 'ਚ ਨਿਕਲ ਜਾਓ। ਫਿਰ ਇਸੇ ਤਰ੍ਹਾਂ ਤੂੰ ਮੇਰੇ ਅੱਗੇ ਮੈਂ ਤੇਰੇ ਅੱਗੇ, ਫਿਰ ਉੱਥੋਂ ਨਿਕਲ ਕੇ ਬਰਕੀ ਪੁਲ ਤੋਂ ਅੱਗੇ ਆ ਗਏ। ਅੱਛਾ ਤੁਸੀਂ ਦੱਸੋ, ਚਲੋ ਤੁਸੀਂ 7 ਸਾਲ ਦੀ ਉਮਰ ਬਾਅਦ ਵਿੱਚ ਗੱਲਾਂ ਹੁੰਦੀਆਂ ਰਹੀਆਂ, ਪਿੰਡ ਛੀਨੇ ਦੇ ਵਿੱਚ ਕਿੰਨੇ ਕੁ ਲੋਕ ਮਾਰੇ ਗਏ ਹੋਣਗੇ ਇਸ ਪਾਰਟੀਸ਼ਨ ਵਿੱਚ, ਕਿ ਸਾਰੇ ਲੋਕ ਬਚਾ ਗਏ ਸਨ? ਸੰਨ 47 ਦੇ ਵਿੱਚ ਤੇ ਮੇਰਾ ਖਿਆਲ ਕੋਈ ਵੀ ਨਹੀਂ ਮਾਰਿਆ ਗਿਆ, ਕੋਈ ਨਹੀਂ ਮਾਰਿਆ ਗਿਆ। ਯਾਨੀ ਉਸ ਵਕਤ ਜਿਹੜਾ ਭਾਈਚਾਰਾ ਸੀ ਮੁਸਲਿਮ ਔਰ ਸਿੱਖ ਭਾਈਚਾਰਾ, ਉਹ ਉਸ ਵਕਤ ਵੀ ਕਾਇਮ ਰਿਹਾ ਕਿ ਜਦੋਂ ਪਾਰਟੀਸ਼ਨ ਦੇ ਵਿੱਚ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਸਨ, ਤੋ ਉਹਨਾਂ ਸਰਦਾਰ ਵੀਰਾਂ ਨੇ ਇੱਕ ਦੂਜੇ ਨਾਲ ਔਰ ਪਾਕਿਸਤਾਨੀ ਮੁਸਲਮਾਨਾਂ ਨੇ ਉਸ ਵੇਲੇ ਇੱਕ ਦੂਸਰੇ ਦਾ ਬਹੁਤ ਲਿਹਾਜ਼ ਕੀਤਾ, ਔਰ ਉਹ ਇੱਕ ਦੂਸਰੇ ਦੇ ਨਾਲ ਕਮਾਲ ਦੇ ਉਹਨਾਂ ਨੇ ਸਲੂਕ ਕੀਤਾ। ਤੋ ਅੱਛਾ ਫਿਰ ਤੁਸੀਂ ਇਹ ਦੱਸੋ ਕਿ ਹੁਣ ਅੱਜ ਕੱਲ੍ਹ ਕੀ ਕਰ ਰਹੇ ਹੋ? ਹੁਣ ਮੈਂ ਮਸਜਿਦ ਆ, ਮਸਜਿਦ ਦਾ ਮਸਜਿਦ ਆ, ਉੱਥੇ ਜਮਾਤਾਂ ਕਰਾਈ ਦੀਆਂ, ਨਮਾਜ਼ਾਂ ਪੜ੍ਹਾਈ ਦੀਆਂ, ਹੋਰ ਕੋਈ ਖੁਸ਼ੀ ਗਮੀ ਸਾਰੀ ਕਰੀ ਦੀ ਆ। ਜਦੋਂ ਉੱਜੜ ਕੇ ਤੁਸੀਂ ਉਧਰੋਂ ਆ ਗਏ ਤੋ ਪਾਕਿਸਤਾਨ ਵਿੱਚ ਆ ਗਏ, ਫਿਰ ਜਿੱਥੇ ਤੁਸੀਂ ਸਟੇ ਕੀਤਾ ਹਡਿਆਰੇ ਕੀਤਾ, ਔਰ ਉਹਨਾਂ ਲੋਕਾਂ ਨੇ ਕੀ ਸਲੂਕ ਕੀਤਾ ਤੁਹਾਡੇ ਨਾਲ? ਉਹਨਾਂ ਨੇ ਸਾਡੇ ਨਾਲ ਬੜਾ ਅੱਛਾ ਸਲੂਕ ਵਰਤਿਆ ਕਿ ਉਹ ਮਿਸਾਲ ਜਗ੍ਹਾ ਜਿਹੜੀਆਂ ਵਿਹਲੀਆਂ ਹੁੰਦੀਆਂ ਸੀ, ਉਹ ਆਂਦੇ ਵੀ ਅਸੀਂ ਇੱਥੋਂ ਜਾਣਾ, ਸਾਡੇ ਕੋਲ ਚਾਬੀਆਂ ਲੈ ਲਓ। ਕਈਆਂ ਡਰਦਿਆਂ ਲੈ ਲਈਆਂ, ਨਹੀਂ ਲੈਂਦੇ, ਤੇ ਕਈਆਂ ਲੈ ਲਈਆਂ, ਭਰੇ ਘਰਾਂ ਦੇ ਆਣ ਕੇ ਕਾਬਜ਼ ਹੋ ਗਏ। ਤੇ ਅਸੀਂ ਨਿੱਕੇ ਨਿੱਕੇ ਸਾਡੇ ਨਹੀਂ ਸੀ ਅਸੀਂ ਲਈਆਂ, ਤੇ ਬਾਅਦ ਦੇ ਵਿੱਚ ਫਿਰ ਉਹਨਾਂ ਘਰਾਂ 'ਚ ਫਿਰ ਬਹਿ ਗਏ ਆਣ ਕੇ। ਅੱਛਾ ਇੱਕ ਗੱਲ ਸੁਣੀ ਮੈਂ ਕਿ ਜਿਹੜਾ ਪਿੰਡ ਤੁਸੀਂ ਹਡਿਆਰਾ ਦੱਸਦੇ ਹੋ, ਉੱਥੇ ਜਿਹੜਾ ਗੁਰਦੁਆਰਾ ਹੈ ਉਹ ਜੰਗ ਆਪਣੇ ਜੋਰਾਂ ਵਿੱਚ ਸੀ, ਲੇਕਿਨ ਉਸ ਗੁਰਦੁਆਰੇ ਦੇ ਵਿੱਚ ਕੋਈ ਕਾਇਮ ਮਕਾਮ ਬੰਦਾ ਸੀ ਉਹ ਨਹੀਂ ਸੀ ਨਿਕਲਿਆ, ਉਹਦੇ ਬਾਰੇ 'ਚ ਕੋਈ ਜਾਣਦੇ ਜੇ? ਹਾਂ, ਉਹ ਫਿਰ ਨਾ ਆਪਣੀ ਫੌਜ ਗਈ ਸੀ, ਉਹਨਾਂ ਨੇ ਉਹ ਗੋਲੀ ਚਲਾਈ, ਫਿਰ ਉਹ ਬੰਦਾ ਨਿਕਲਿਆ। ਫਿਰ ਉਹ ਸਾਨੂੰ ਪਿੰਡ ਨੂੰ ਉਹਨਾਂ ਅੰਦਰ ਵਾੜ ਦਿੱਤਾ ਸੀ, ਨਿੱਕੇ ਨਿੱਕੇ ਹੁੰਦੇ ਉਹਨਾਂ ਅੰਦਰ ਵਾੜ ਦਿੱਤਾ ਸੀ। ਤੇ ਉਹ ਗੁਰਦੁਆਰੇ ਦੇ ਵਿੱਚ ਕੋਈ ਉਹਨਾਂ ਦਾ ਨਿਹੰਗ ਸੀ, ਉਹਦਾ ਨਾਂ ਨਹੀਂ ਮੈਨੂੰ ਯਾਦ। ਅੱਛਾ, ਉਸ ਨਿਹੰਗ ਦਾ ਸਾਧੂ ਦਾ ਕੋਈ ਨਾਂ ਯਾਦ ਹੋਵੇ? ਉਹਦਾ ਨਹੀਂ ਮੈਨੂੰ ਕੋਈ ਨਹੀਂ ਯਾਦ ਹੈਗਾ ਉਹਦਾ। ਫਿਰ ਛੱਡ ਕੇ ਚਲਾ ਗਿਆ? ਹਾਂ, ਛੱਡ ਕੇ ਤੇ ਚਲਾ ਗਿਆ ਉੱਥੋਂ। ਯਾਨੀ ਅਹਿਸਾਸ ਹੋਇਆ ਕਿ ਅਸੀਂ ਆਏ ਨਾ ਤੇ ਪੈਂਚ ਹੈਗਾ ਸੀ, ਜਿਊਨ ਪੈਂਚ, ਉਹ ਸਾਡੇ ਬਾਅਦ ਫਿਰ ਉੱਧਰ ਚਲਿਆ ਗਿਆ ਕੋਈ ਸਾਲ ਕੁ ਬਾਅਦ। ਉਧਰੋਂ ਫਿਰ ਉਹਦੀ ਬੀਵੀ ਜਿਹੜੀ ਸੀ ਨਾ ਉਹ ਫੌਤ ਹੋ ਗਈ, ਤੇ ਉਹ ਫਿਰ ਇੱਧਰ ਆਣ ਕੇ ਮੁਸਲਮਾਨ ਹੋ ਕੇ ਤੇ ਫਿਰ ਇੱਧਰ ਹੀ ਉਹ ਮਰਿਆ ਸੀ। ਅਸੀਂ ਉਹਦੇ ਸ਼ਾਗਿਰਦ ਦਾ ਮਿਸਾਲ। ਆਪਣੇ ਪਿੰਡ ਛੀਨੇ ਦੇ ਕਰੀਬ ਪਿੰਡ ਜਿਹੜਾ ਸਾਰਿਆਂ ਤੋਂ ਕਿਹੜਾ ਲੱਗਦਾ? ਕਿਹੜੇ ਉਹ ਇੰਡੀਆ 'ਚ? ਹਾਂਜੀ ਹਾਂਜੀ। ਤੇ ਉਹਦੇ ਕੱਲਾ ਵੀ ਲੱਗ ਗਿਆ ਜਾਂ ਤੇ ਆਪਣਾ ਸਰਜਾ ਮਿਰਜ਼ਾ ਵੀ ਲੱਗ ਗਿਆ, ਉਰਲੇ ਪਾਕਿਸਤਾਨ ਵੱਲੇ ਆ ਜਾਵੇ, ਤੇ ਰਾਮਪੁਰਾ ਪਠਾਨ ਕੇ ਕਣੀਆਂ ਕੀ ਪੜਾਣ ਆਏ, ਸਾਰੇ ਨਾਲ ਨਾਲ ਹੀ ਪਿੰਡ ਸੀ ਨਿੱਕੇ ਨਿੱਕੇ। ਅੱਛਾ ਹੁਣ ਤੁਸੀਂ ਸਰਜੇ ਮਿਰਜੇ ਕਦੀ ਗਏ ਹੋ ਜਿੱਥੇ ਕਿ ਤੁਹਾਡਾ ਪਿੰਡ ਆ? ਉਹ ਦੱਸਦੇ ਨੇ ਕਿ ਸਰਜੇ ਮਿਰਜੇ ਤੋਂ ਸਾਹਮਣੇ ਨਜ਼ਰ ਆਉਂਦਾ, ਤੇ ਕਦੀ ਸ਼ੌਕ ਪੈਦਾ ਹੋਵੇ ਸਰਜੇ ਮਿਰਜੇ ਗਏ ਹੋ ਦੇਖਣ ਲਈ? ਮੈਂ ਨਾ ਇੱਥੇ ਅਸੀਂ ਵਾਢੀ ਵੀ ਕਰਦੇ ਰਹੇ ਨਾ, ਤੇ ਕੱਲਾ ਪਿੰਡ ਜਿਹੜਾ ਸੀ ਨਾ ਉੱਥੋਂ ਸਾਰਾ ਕੁਝ ਦੀਦਾ ਹੁੰਦਾ ਸੀ। ਇਹ ਸਾਈਡ ਤੇ ਨਹੀਂ ਵਾਢੀ ਕੀਤੀ, ਤੇ ਘਵਿੰਡੀ ਬਾਰਡਰ ਦੇ ਨਾਲ ਇਸ ਬੰਦੇ ਨਾ ਖੱਬੇ ਹੱਥ ਅਸੀਂ ਵਾਢੀ ਕਰਦੇ ਰਹੇ, ਤੇ ਕੱਲੇ ਦੀਆਂ ਬੁੜੀਆਂ ਵੀ ਬੰਦੇ ਵੀ ਉਹ ਨਾਲ ਉਹ ਵੀ ਵਾਢੀ ਕਰਦੇ ਹੁੰਦੇ, ਅਸੀਂ ਵੀ ਕਰਦੇ ਰਹੇ, ਵੇਂਦੇ ਰਹੇ ਹਾਂ। ਬਾਕੀ ਉਹ ਗੱਲਾਂ ਬਾਤਾਂ ਨਹੀਂ ਫੌਜ ਕਰਨ ਦਿੰਦੀ। ਅੱਛਾ ਤੁਹਾਡੇ ਅੱਬੂ ਹੋਰੀ ਕਿੰਨੇ ਭਰਾ ਸਨ? 4 ਭਰਾ ਹੈ। ਕੀ ਨਾਂ ਸੀ ਉਹਨਾਂ ਦਾ? ਵੱਡੇ ਦਾ ਨਾਂ ਗੁਲਾਮ ਮੁਹੰਮਦ ਸੀ, ਛੋਟੇ ਦਾ ਨਾਂ ਬਾਗ ਅਲੀ ਸੀ, ਉਸ ਤੋਂ ਛੋਟਾ ਜਿਹੜਾ ਸੀ ਉਹਦਾ ਤਾਜਦੀਨ ਸਾਡਾ ਪਿਓ, ਉਹਦੇ ਤੋਂ ਛੋਟਾ ਨਵਾਬ ਉਰਫ ਬਾਵਾ। ਜੀ ਦੋਸਤੋ, ਚੈਨਲ ਸਾਡਾ ਦੇਸ਼ ਪੰਜਾਬ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਕੇ ਸੰਨ 47 ਦੀ ਪਾਰਟੀਸ਼ਨ ਦੇ ਵਿੱਚ ਹੋਏ ਹੰਗਾਮੇ ਔਰ ਇਹਨਾਂ ਬਜ਼ੁਰਗਾਂ ਦੇ ਨਾਲ ਵਾਪਰਿਆ ਹੋਇਆ ਉਹ ਸਮਾਂ ਅਸੀਂ ਆਪਣੀ ਵੀਡੀਓ ਦੇ ਵਿੱਚ। ਉਹ ਮੱਲੀਆਂ ਵਾਲੇ ਖੂਹ ਦੇ ਖੂਹੀ ਸੀ, ਉਹ ਖੋਨੇ ਉਹਦੇ ਲਾਗੇ ਸੀ। ਲਓ ਜੀ, ਆਪਣਾ ਚੜ੍ਹਦੇ ਪੰਜਾਬ ਵਾਲੇ ਵੀਰੋ, ਪਿੰਡ ਛੀਨਿਆਂ ਦੇ ਨਾਲ ਤਾਲੁਕ ਰੱਖਣ ਵਾਲਿਓ, ਇਹ ਬਜ਼ੁਰਗ ਤੁਹਾਡੇ ਪਿੰਡ ਦੇ ਛੀਨਿਆਂ ਦੇ, ਔਰ ਤੁਹਾਡੇ ਪਿੰਡ ਦੇ ਕਬਰਸਤਾਨ ਵਿੱਚ ਇਹ ਬਜ਼ੁਰਗਾਂ ਦੇ ਵਾਲਦੈਨ ਦਫਨ ਨੇ, ਔਰ ਤੁਹਾਡੇ ਪਿੰਡ ਵਿੱਚ ਸ਼ਾਇਦ ਅੱਜ ਵੀ ਕੋਈ ਸ਼ੰਮੇ ਵਾਲਾ ਕਿਆਰ ਵੱਜਦਾ ਹੋਵੇ,
ਕਿਉਂਕਿ ਪਿੰਡਾਂ ਦੇ ਵਿੱਚ ਅੱਜ ਵੀ ਪੁਰਾਣੇ ਨਾਮ ਜਿਹੜੇ ਨੇ ਉਹ ਚੱਲਦੇ ਨੇ। ਤੋ ਜਿਹੜਾ ਛੰਮੇ ਵਾਲਾ ਕਿਆਰ ਵੱਜਦਾ ਉਹ ਇਹਨਾਂ ਬਜ਼ੁਰਗਾਂ ਦਾ ਸੀ, ਔਰ ਇੱਥੇ ਪੜਦਾਦੇ ਦਾ ਸ਼ਮਸਦੀਨ ਸੀ ਨਾਂ ਉਹਨਾਂ ਦਾ, ਔਰ ਉੱਥੇ ਵਾਹੀ ਬੀਜੀ ਕਰਦੇ ਸਨ। ਅੱਛਾ, ਛੰਮੇ ਵਾਲਾ ਕਿਆਰ ਜਿਹੜਾ ਉਹ ਇਹ ਪਿੰਡ ਦੇ ਕਿਸ ਪਾਸੇ ਸੀ? ਉਹ ਚੜ੍ਹਦੀ ਬਾਈ ਸੀ ਪਿੰਡ ਤੋਂ ਕਿੰਨੀ ਕੁ ਦੂਰ ਸੀ? ਕਿ ਥੋੜਾ ਹੀ ਹੋਣਾ ਹੈ, ਮੀਲ ਤੋਂ ਵੀ ਥੋੜਾ ਹੀ ਹੋਣਾ, ਥੋੜਾ ਜਿਹਾ ਨਾਲੇ ਜੀ ਨਹਿਰ ਦੇ ਨਾਲ ਅੱਗੇ ਸੂਆ ਤੇ ਅੱਗੇ ਸੂਏ ਦੇ ਅੱਗੇ ਉਹ ਸੀ, ਹਾਂ ਥੋੜਾ ਹੀ ਸੀ ਪੰਧ। ਅੱਛਾ, ਕਿਆਰ ਤੋਂ ਮੁਰਾਦ ਕੀ ਲੈਂਦੇ? ਕਿਆਰ ਕੀ ਕੋਈ ਜ਼ਮੀਨ ਸੀ? ਕਿਆਰ ਜ਼ਮੀਨ ਵਾਂ ਤੇ ਜ਼ਮੀਨ ਜਿਹਨੂੰ ਆਂਦੇ ਆ, ਜਿਹਨੂੰ ਅਸੀਂ ਕਿੱਲੇ ਆਂਦੇ ਆ, ਤੇ ਮੇਰਾ ਮਕਸਦ ਵਿਗੇ ਆਂਦੇ ਹਾਂ, ਇਸ ਤਰ੍ਹਾਂ ਉਹ ਕਿਆਰ ਆਂਦੇ। ਅੱਛਾ, ਉਹ ਕਿੰਨਾ ਕੁ ਰਕਬਾ ਹੋਊਗਾ? ਇਹ ਨਹੀਂ ਸਾਨੂੰ ਦੱਸਿਆ ਸਾਡਿਆਂ ਵੱਡਿਆਂ ਨੇ ਵੀ ਉਹ ਕਿੱਲਾ ਸੀ, 2 ਕਿੱਲੇ ਸੀ, 4 ਕਿੱਲੇ ਸੀ, ਇਹ ਨਹੀਂ ਉਹਨਾਂ ਦੱਸਿਆ। ਖਾਲੜੇ ਜਿਹੜੀ ਸੀ ਸਾਡੀ ਉਹ ਉਹਨਾਂ ਦੱਸਿਆ ਵੀ ਕਨਾਲ ਜਗ੍ਹਾ ਸੀ 4 ਭਰਾਵਾਂ ਦੀ, 5-5 ਮਰਲੇ। ਲਓ ਜੀ, ਇਹ ਸਾਡੇ ਬਜ਼ੁਰਗ ਹਾਜੀ ਨਿਆਮਤ ਸਾਹਿਬ ਕਸੂਰ ਤੋਂ, ਜਿਨ੍ਹਾਂ ਦਾ ਪਿਛਲਾ ਪਿੰਡ ਛੀਨੇ। ਇਹ ਸਾਡੇ ਬਜ਼ੁਰਗ ਮੁਹੰਮਦ ਰਮਜ਼ਾਨ, ਇਹਨਾਂ ਦਾ ਪਿਛਲਾ ਪਿੰਡ ਛੀਨੇ। ਤੋ ਮੇਰੇ ਦੋਸਤ ਮੋਹਤਰਮ ਜਦੋਂ ਇਸ ਵੀਡੀਓ ਨੂੰ ਦੇਖਣ ਤੋ ਸਾਨੂੰ ਜ਼ਰੂਰ ਲਾਈਕ ਕਰਨ ਔਰ ਇਸ 'ਤੇ ਕਮੈਂਟਸ ਕਰਨ। ਔਰ ਇਹ ਬਜ਼ੁਰਗ ਅੱਜ ਵੀ ਮਾਸ਼ਾਅੱਲਾ ਜ਼ਿੰਦਾ ਨੇ। ਔਰ ਬਜ਼ੁਰਗ ਹਾਜੀ ਨਿਆਮਤ ਸਾਹਿਬ ਜਿਹੜੇ ਨੇ ਇੱਥੇ ਕਸੂਰ ਦੇ ਵਿੱਚ ਸ਼ਬਾਜ਼ ਰੋਡ 'ਤੇ ਇਮਾਮ ਮਸਜਿਦ ਨੇ ਔਰ ਨਿਕਾਹ ਰਜਿਸਟਰਾਰ ਨੇ। ਤੋ ਨੈਕਸਟ ਫਿਰ ਕਿਸ ਟਾਈਮ ਇਹਨਾਂ ਬਜ਼ੁਰਗਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਉਹਨੇ ਚਿਰ ਵਾਸਤੇ ਰੱਬ ਰਾਖਾ। ਅੱਲਾ ਹਾਫਿਜ਼।